ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਵੀਰੋ, ਮੈਂ ਤੁਹਾਡਾ ਆਪਣਾ ਪੰਜਾਬੀ ਲੋਕ ਗਾਇਕ ਪ੍ਰਗਟ ਛੇਖਾਂਵਾਲਾ। ਅਤੇ ਰਾਤ ਸ਼ਾਮੀ ਕੱਲ੍ਹ ਇੱਕ ਫੇਸਬੁੱਕ ਉੱਤੇ ਵੀਡੀਓ ਵੇਖੀ ਸੀ ਜੋ ਕਿ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿੱਚ SGPC ਅਤੇ ਬਾਕੀ ਜਥੇਬੰਦੀਆਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਸਲੇ ਵਿੱਚ ਆਪਸ ਦੇ ਵਿੱਚ ਬੜੀ ਭਿਆਨਕ ਟੱਕਰ ਜਾਂ ਜਿਹਨੂੰ ਆਪਾਂ ਲੜਾਈ ਕਹਿ ਲਈਏ ਉਹ ਹੋ ਰਹੀ ਸੀ। ਅਤੇ ਦੋਵਾਂ ਪਾਸਿਓਂ ਜਿਹੜੀਆਂ ਤਲਵਾਰਾਂ ਅਤੇ ਡਾਂਗਾਂ ਦੀ ਬਰਸਾਤ ਹੋ ਰਹੀ ਸੀ ਅਤੇ ਮੀਡੀਆ ਵਾਲੇ ਵੀਰ ਨੂੰ ਮਨ੍ਹਾ ਕੀਤਾ ਜਾ ਰਿਹਾ ਸੀ ਕਿ ਕੈਮਰੇ 'ਤੇ ਤੁਸੀਂ ਕੁਛ ਨਹੀਂ ਵਿਖਾਉਣਾ, ਪਰ ਫਿਰ ਵੀ ਉਹਨਾਂ ਨੇ ਜਿੰਨੀ ਜੋਗੇ ਹੈਗੇ ਆ ਉਹਨਾਂ ਵਿਚਾਰਿਆਂ ਨੇ ਜਿੰਨੀ ਕੁ ਹਿੰਮਤ ਕੀਤੀ ਹੈ ਉਹ ਕਰਕੇ ਦਿਖਾ ਰਹੇ ਸੀ। ਅਤੇ ਅਸੀਂ ਵੀ ਵੀਡੀਓ ਵੇਖੀ ਹੈ ਅਤੇ ਸਾਨੂੰ ਇਸ ਗੱਲ ਦਾ ਬਹੁਤ ਦੁੱਖ ਹੋਇਆ ਕਿ ਅੱਜ ਖਾਲਸੇ ਨਾਲ ਹੀ ਖਾਲਸਾ ਟਕਰਾ ਰਿਹਾ ਹੈ, ਯੁੱਧ ਕਰ ਰਿਹਾ, ਜੰਗ ਕਰ ਰਿਹਾ, ਜਾਂ ਕਹਿ ਲਓ ਲੜਾਈ ਹੋ ਰਹੀ ਹੈ। ਸੋ ਮੈਂ ਇੱਕ ਪੰਜਾਬੀ ਲੋਕ ਗਾਇਕ ਹੋਣ ਦੇ ਨਾਤੇ ਇੱਕ ਜਿੰਨੀ ਮੇਰੀ ਸਮਝ ਸੀ ਮੈਂ ਉਹਦਾ ਗਾਣਾ ਵੀ ਲਿਖ ਕੇ YouTube 'ਤੇ ਪਾਇਆ। ਅਤੇ ਇਹ ਗੱਲ ਮੈਂ ਆਪਣੇ ਵੀਰ ਜਿਹੜੇ ਸਟੇਜਾਂ ਦੇ ਉੱਤੇ ਪ੍ਰਚਾਰ ਕਰਦੇ ਹਨ ਉਹਨਾਂ ਨੂੰ ਇਹ ਗੱਲ ਮੈਂ ਪੁੱਛਣੀ ਚਾਹੁੰਦਾ ਕਿ ਤੁਸੀਂ ਏਡੇ ਵਧੀਆ ਪ੍ਰਚਾਰਕ ਹੋ, ਇੰਨਾ ਵਧੀਆ ਤੁਹਾਡਾ ਬੋਲ ਬੁਲਾਰਾ ਹੈ, ਇੰਨੇ ਵਧੀਆ ਤੁਸੀਂ ਨਾਮੀ ਪ੍ਰਚਾਰਕ ਹੋ, ਅਤੇ ਕੀ ਤੁਸੀਂ ਇੱਕ ਮੇਰੇ ਬੇਨਤੀ ਕਰਨ ਦੇ ਨਾਲ ਕੋਈ ਇਹੋ ਜਿਹਾ ਗੀਤ ਨਹੀਂ ਬਣਾ ਕੇ ਸੁਣਾ ਸਕਦੇ ਜਿਹਦੇ ਨਾਲ ਕੋਈ ਸਾਡੀ ਕੌਮ ਨੂੰ ਸ਼ਾਂਤੀ ਮਿਲੇ ਜਾਂ ਕੋਈ ਗੱਲ ਸਮਝ 'ਚ ਆਵੇ ਅਤੇ ਇਹ ਜਿਹੜੀਆਂ ਲੜਾਈਆਂ ਜਾਂ ਲੜਾਈ ਕਹਿ ਲਈਏ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਹੋ ਰਹੀ ਹੈ, ਕੋਈ ਇਸ ਮਸਲੇ ਦਾ ਹੱਲ ਨਿਕਲ ਸਕੇ। ਪਹਿਲਾਂ 6 ਮਹੀਨੇ ਸ਼ਾਇਦ ਜ਼ਿਆਦਾ ਟਾਈਮ ਹੋ ਗਿਆ, ਕਰੋਨਾ ਨੇ ਲੋਕਾਂ ਵਿਚਾਰਿਆਂ ਨੂੰ, ਗਰੀਬਾਂ ਨੂੰ ਜਾਂ ਸ਼ਰਧਾਲੂਆਂ ਨੂੰ ਕਹਿ ਲਓ ਜਾਂ ਸ਼ਰਧਾ ਵਾਲਿਆਂ ਨੂੰ ਕਹਿ ਲਓ, ਬੜੀ ਮੁਸ਼ਕਿਲ ਨਾਲ ਦਰਸ਼ਨ ਕਰਨ ਦਾ ਮਤਲਬ ਵੀ ਉਹਨਾਂ ਨੂੰ ਬੜੀ ਮੁਸ਼ਕਿਲ ਨਾਲ ਦਰਸ਼ਨ ਕੀਤੇ। ਅਤੇ ਹੁਣ ਆਹ ਜਿਹੜੀ ਕੋਈ ਗੱਲਬਾਤ ਹੋਈ ਹੈ ਇਹਦਾ ਕਰਕੇ ਫਿਰ ਹੋ ਸਕਦਾ ਕਿ ਜੇਕਰ ਕੋਈ ਗਾਂਹ ਅੱਗੇ ਵੱਡੀ ਗੱਲ ਹੋ ਜਾਵੇ ਅਤੇ ਫਿਰ ਲੋਕਾਂ ਨੂੰ, ਸ਼ਰਧਾਲੂਆਂ ਨੂੰ ਪ੍ਰੋਬਲਮ ਆ ਸਕਦੀ ਹੈ। ਇਸ ਕਰਕੇ ਮੈਂ ਉਹਨਾਂ ਕਵੀਸ਼ਰਾਂ ਨੂੰ, ਢਾਡੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਕੋਈ ਇਹੋ ਜਿਹੀ ਵਾਰ, ਇਹੋ ਜਿਹਾ ਕੋਈ ਜਿਹੜਾ ਤੁਹਾਡਾ ਪ੍ਰਸੰਗ ਹੈ, ਕੋਈ ਕਵਿਤਾ ਹੈ, ਉਹ ਕਿਰਪਾ ਕਰਕੇ ਸੁਣਾਈ ਜਾਵੇ। ਅਤੇ ਹੋ ਸਕਦਾ ਕਿ ਕੋਈ ਕਿਸੇ ਦੇ ਦਿਮਾਗ ਦੇ ਵਿੱਚ ਗੱਲ ਆ ਜਾਵੇ ਅਤੇ ਕੋਈ ਮਸਲੇ ਦਾ ਹੱਲ ਨਿਕਲ ਆਵੇ। ਅਤੇ ਨਾਲ ਹੀ ਮੈਂ ਉਹਨਾਂ ਵੀਰਾਂ ਕਲਾਕਾਰਾਂ ਨੂੰ ਬੇਨਤੀ ਕਰਦਾ ਕਿ ਜਿਹੜੇ ਕਲਾਕਾਰ ਧਰਨਿਆਂ ਦੇ ਵਿੱਚ ਜਾ ਜਾ ਕੇ ਆਪਣਾ ਨਾਮ ਬਣਾ ਰਹੇ ਆ ਜਾਂ ਆਪਣੇ ਮਤਲਬ ਵੀ ਕਹਿੰਦੇ ਆ ਵੀ ਸੁਣਨ 'ਚ ਆਉਂਦਾ ਅੱਜ ਫਲਾਨਾ ਕਲਾਕਾਰ ਆਇਆ ਧਰਨੇ ਦੇ ਵਿੱਚ, ਅੱਜ ਫਲਾਨਾ ਕਲਾਕਾਰ ਆਇਆ ਧਰਨੇ ਦੇ ਵਿੱਚ,
ਅੱਜ ਫਲਾਨਾ ਕਲਾਕਾਰ ਆਇਆ ਧਰਨੇ 'ਚ, ਅਤੇ ਉੱਥੇ 2-4 ਗੱਲਾਂ ਸੁਣਾ ਕੇ ਆਪਣੇ ਆਪ ਨੂੰ ਫੇਮਸ ਕਰ ਰਹੇ ਆ ਜਾਂ ਹੋਣ ਦੀ ਕੋਸ਼ਿਸ਼ ਕਰ ਰਹੇ ਆ ਕਿ ਅੱਜ ਉਹਨਾਂ ਨੂੰ ਇਹ ਨਹੀਂ ਦਿਖਦਾ ਕਿ ਹੁਣ ਹਰਿਮੰਦਰ ਸਾਹਿਬ ਕੀ ਹੋ ਰਿਹਾ। ਇਹਦੇ ਬਾਰੇ ਕੋਈ ਕਿਸੇ ਨੂੰ ਕੋਈ ਵੀ ਗਾਣਾ ਨਹੀਂ ਆਉਂਦਾ, ਜਾਂ ਕਿਸੇ ਦੀ ਕਲਮ ਨਹੀਂ ਚੱਲਦੀ, ਜਾਂ ਕਿਸੇ ਦਾ ਦਿਮਾਗ ਨਹੀਂ ਕੰਮ ਕਰਦਾ। ਇੱਕ ਕਲਾਕਾਰ 8 ਲੱਖ ਰੁਪਈਆ ਮੰਗਦਾ ਸਟੇਜ ਦਾ 2 ਘੰਟਿਆਂ ਦੀ ਦਾ, ਇੱਕ 14 ਲੱਖ ਮੰਗਦਾ, ਕੋਈ 1.5 ਲੱਖ ਲੈਂਦਾ, ਕੋਈ 2.5 ਲੱਖ ਲੈਂਦਾ, ਕੋਈ 4 ਲੱਖ ਲੈਂਦਾ ਆਪਣੀ ਕਪੈਸਿਟੀ ਦੇ ਮੁਤਾਬਕ। ਅਤੇ ਅੱਜ ਉਹ ਕਲਾਕਾਰ ਕਿੱਥੇ ਬੈਠੇ ਆ? ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਸਾਡੀ ਕੌਮ ਦਾ ਕੀ ਹੋ ਗਿਆ। ਸਾਡੀ ਕੌਮ ਸਿੱਖ ਨਾਲ ਸਿੱਖ ਲੜ ਰਿਹਾ, ਖਾਲਸੇ ਨਾਲ ਖਾਲਸਾ ਲੜ ਰਿਹਾ। ਇਹਦੇ 'ਤੇ ਕੋਈ ਗੀਤ ਨਹੀਂ ਬਣਦਾ। ਅਤੇ ਜੇ ਸੱਜਣੋਂ ਨਹੀਂ ਬਣਦਾ ਤਾਂ ਮੇਰਾ ਗੀਤ ਸੁਣੋ ਅਤੇ ਮੇਰੇ ਤੋਂ ਗੀਤ ਲਾਓ ਅਤੇ ਗਾਓ ਕਿਰਪਾ ਕਰਕੇ। ਅਤੇ ਸਿਰਫ ਆਪਾਂ ਨਾਂ ਬਣਾਉਣ ਦੇ ਚੱਕਰਾਂ 'ਚ ਨਾ ਪਈਏ ਵੀ ਸਾਡਾ ਨਾਂ ਬਣ ਜੇ, ਫੁਕਰੀਆਂ ਰੇੜੀ ਜਾਈਏ। ਮੇਰੀ ਬੇਨਤੀ ਹੈ ਕਲਾਕਾਰ ਸਾਰੇ ਵੀਰਾਂ ਨੂੰ, ਜਿਹੜੇ ਵੀਰ ਧਰਨਿਆਂ ਦਾ ਗਾਣਾ ਕੱਢਦੇ ਆ, ਉਹ ਵੀਰ ਹੁਣ ਅੱਜ ਧਿਆਨ ਦੇਣ ਦਰਬਾਰ ਸਾਹਿਬ ਕੀ ਹੋ ਰਿਹਾ ਹੈ। ਜੇ ਧਰਨੇ ਲੱਗਦੇ ਤੇ ਕਿਉਂ ਲੱਗਦੇ ਆ? ਅੱਜ ਅੰਮ੍ਰਿਤਸਰ ਵਿੱਚ ਰਾਵਣ ਦੀ ਬਜਾਏ ਮੋਦੀ ਦਾ ਪੁਤਲਾ ਫੂਕਿਆ ਜਾ ਰਿਹਾ। ਇਹਦਾ ਕਾਰਨ ਕੀ ਆ? ਕਿ ਇਹ 'ਤੇ ਗਾਣਾ ਨਹੀਂ ਕੋਈ ਬਣ ਸਕਦਾ? ਇਹਦੇ 'ਤੇ ਗਾਣੇ ਬਣਾ ਲਓ ਮੇਰਿਓ ਵੀਰੋ ਭਰਾਓ ਭੈਣੋ, ਇਹਦੇ 'ਤੇ ਗਾਣੇ ਬਣਾ ਲਓ। ਅਤੇ ਕੋਸ਼ਿਸ਼ ਕਰੀਏ ਆਪਾਂ ਕਲਾਕਾਰ ਕਿ ਹੋ ਸਕਦਾ ਆਪਣੇ ਕਿਸੇ ਗਾਣੇ ਦਾ ਕਰਕੇ ਕਿਸੇ ਗਾਣੇ 'ਚੋਂ ਕਿਸੇ ਨੂੰ ਚੰਗੀ ਗੱਲ ਲੱਭ ਜੇ, ਗਾਣੇ ਦੇ ਵਿੱਚੋਂ ਕੋਈ ਸਾਡੀ ਸਿੱਖਿਆ ਲੈ ਲੇ, ਗਾਣੇ ਦੇ ਵਿੱਚੋਂ ਕੋਈ ਸਾਡੇ ਬੋਲਾਂ ਨੂੰ ਜਾਂ ਸਾਡੀ ਕਲਮ ਨੂੰ ਵਧੀਆ ਮੰਨ ਕੇ ਜਾਂ ਗੱਲ ਚੰਗੀ ਲੱਗੇ ਅਤੇ ਕੋਈ ਮਸਲੇ ਦਾ ਹੱਲ ਲੱਭ ਜੇ। ਲੜਾਈ ਕੋਈ ਵੀ ਮਸਲੇ ਦਾ ਹੱਲ ਨਹੀਂ ਹੈ ਵੀਰ ਜੀ, ਮੇਰਿਓ ਪਿਆਰਿਓ ਸਤਿਕਾਰਯੋਗ ਬਾਬਾ ਜੀ, ਮਹਾਂਪੁਰਸ਼ੋ, ਸੰਤੋ। ਲੜਾਈ ਕੋਈ ਵੀ ਕਿਸੇ ਵੀ ਮਸਲੇ ਦਾ ਹੱਲ ਨਹੀਂ। ਕੋਈ ਵੀ ਮਸਲਾ, ਲੜਾਈ, ਜੰਗ, ਯੁੱਧ ਸੁਲਝਾਉਂਦਾ ਨਹੀਂ, ਉਲਝਾਉਂਦਾ ਏ। ਅਤੇ ਸਾਨੂੰ ਸੁਲਝਣ ਦੀ ਲੋੜ ਆ, ਸਮਝਣ ਦੀ ਲੋੜ ਆ। ਮੈਂ ਹੱਥ ਜੋੜ ਕੇ ਵੱਡੇ ਵੱਡੇ ਜਿਹੜੇ ਮੇਰੇ ਵੀਰ ਪ੍ਰਚਾਰਕ ਆ, ਢਾਡੀ ਆ, ਕੀਰਤਨ ਕਰਨ ਵਾਲੇ ਆ, ਉਹਨਾਂ ਦੇ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਵੀ ਬਾਬਾ ਜੀ, ਮਹਾਂਪੁਰਸ਼ੋ, ਸੰਤੋ, ਕੁਛ ਕੌਮ ਨੂੰ ਸਮਝਾ ਕੇ ਵੇਖ ਲਓ। ਜੇ ਕੋਈ ਤੁਹਾਡੇ ਆਖੇ ਲੱਗ ਜੇ ਤੇ ਕਿੱਧਰ ਨੂੰ ਤੁਰੇ ਹੋ? ਕੋਈ ਕਿਸੇ ਦੀ ਚੁਗਲੀ ਕਰੀ ਜਾਂਦਾ, ਕੋਈ ਕਿਸੇ ਦੀ ਚੁਗਲੀ ਕਰੀ ਜਾਂਦਾ, ਕੋਈ ਕਿਸੇ ਦੀ ਚੁਗਲੀ ਕਰੀ ਜਾਂਦਾ, ਕੋਈ ਕਿਸੇ ਦੀ ਕਰੀ ਜਾਂਦਾ, ਨਿੰਦਿਆ ਕਰੀ ਜਾਂਦੇ, ਚੁਗਲੀ ਕਰੀ ਜਾਂਦੇ ਆ। ਸਾਨੂੰ ਆਏ ਅਸੀਂ ਕਿਹੜੇ ਕੰਮ ਆ ਤੇ ਕਰਨ ਪਤਾ ਨਹੀਂ ਕੀ ਡਏ ਆ। ਸੋ ਮੇਰੀ ਹੱਥ ਜੋੜ ਕੇ ਬੇਨਤੀ ਆ, ਸਾਰੇ ਜਿੰਨੇ ਵੀ ਆ ਮੇਰੇ ਵੀਰ ਆ, ਸਤਿਕਾਰਯੋਗ ਆ, ਕਵੀਸ਼ਰ ਸਾਹਿਬਾਨ ਆ, ਢਾਡੀ ਸਾਹਿਬਾਨ ਆ, ਰਾਗੀ ਸਾਹਿਬਾਨ ਆ, ਹੋਰ ਵੀ ਪ੍ਰਚਾਰਕ ਆ, ਜਿੰਨੇ ਵੀ ਵਧੀਆ ਵਧੀਆ ਸਿੰਗਰ ਆ, ਜਿਨ੍ਹਾਂ ਦੇ ਲੋਕ ਫੈਨ ਆ, ਜਿਨ੍ਹਾਂ ਨੂੰ ਲੋਕ ਦਿਨ ਰਾਤ ਸਲਾਮਾਂ ਕਰਦੇ ਆ, ਜਿਨ੍ਹਾਂ ਨੂੰ ਫੇਸਬੁੱਕ 'ਤੇ ਲਾਈਵ ਹੋ ਕੇ ਤੁਸੀਂ ਗੱਲਾਂ ਕਰਦੇ ਹੋ, ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਸਾਡੀ ਜਿੰਦ ਆ, ਸਾਡੀ ਜਾਨ ਆ, ਸਾਡਾ ਸਾਹ ਵਾ, ਸਾਡੀ ਪ੍ਰਾਣ ਆ, ਉਹਨਾਂ ਨੂੰ ਹੱਥ ਜੋੜ ਕੇ ਇਹ ਬੇਨਤੀ ਕਰੋ ਕਿ ਕੋਈ ਆਪਾਂ ਇਹੋ ਜਿਹਾ ਗੀਤ ਵੀ ਕੱਢ ਲਈਏ, ਇਹੋ ਜਿਹੇ ਮਸਲੇ 'ਤੇ ਵੀ ਲਿਖੀਏ ਵੀ ਜਿਹੜੇ ਅੱਜ ਲੜਾਈ ਜਿਹੜੀ ਆਪਣੀ ਕੌਮ ਕਿੱਧਰ ਨੂੰ ਚੱਲੀ। ਜੇ ਕਿਤੇ ਇਹ ਸਿੱਧੇ ਰਾਹ 'ਤੇ ਆ ਜਾਵੇ ਤਾਂ ਫਿਰ ਸਾਡੀ ਗਾਇਕੀ ਸਫਲ ਆ, ਫਿਰ ਸਾਡੇ ਗਾਉਣ ਦਾ ਕੋਈ ਮਤਲਬ ਆ, ਫਿਰ ਸਾਡੇ ਲਿਖਾਰੀ ਹੋਣ ਦਾ ਕੋਈ ਮਤਲਬ ਆ। ਅਤੇ ਨਹੀਂ ਤਾਂ ਪੈਸੇ ਨਾਲ ਮਤਲਬ ਨਾ ਰੱਖੋ ਵੀ ਪੈਸੇ ਲਈ ਜਾਓ ਲੋਕਾਂ ਤੋਂ ਅਤੇ ਫੁਕਰੀਆਂ ਰੇੜੀ ਜਾਓ ਅਤੇ ਨਾਂ ਬਣਾਈ ਜਾਓ ਆਪਣਾ। ਸੋ ਮੈਂ ਫਿਰ ਹੱਥ ਜੋੜ ਕੇ ਕਵੀਸ਼ਰ ਸਾਹਿਬਾਨ, ਢਾਡੀ ਸਾਹਿਬਾਨ, ਪ੍ਰਚਾਰਕ ਅਤੇ ਕਲਾਕਾਰ ਮਹਿਕਮੇ ਨੂੰ ਬੇਨਤੀ ਕਰਦਾ ਵੀ ਮੇਰੀ ਬੇਨਤੀ ਨੂੰ ਸਵੀਕਾਰ ਕਰੋ ਅਤੇ ਇਹੋ ਜਿਹੇ ਗਾਣੇ ਕੱਢੋ ਜਿਹਦੇ ਨਾਲ ਕੋਈ ਸਾਡੀ ਕੌਮ ਜਾਂ
ਸਾਡਾ ਕੋਈ ਮਸਲਾ ਹੱਲ ਹੋ ਸਕੇ, ਜਾਂ ਫਿਰ ਸਾਡੇ ਬੱਚੇ ਜਿਹੜੇ ਵਿਗੜਦੇ ਆ ਉਹ ਸਿੱਧੇ ਰਾਹ 'ਤੇ ਆ ਜਾਣ। ਇਹੋ ਜਿਹੇ ਗਾਣੇ ਜਿਹੜੇ ਬੰਦੂਕਾਂ ਦੇ, ਰਫਲਾਂ ਦੇ, ਗੰਡਾਸਿਆਂ ਦੇ, ਉਹ ਬੱਚੇ ਤੁਹਾਡੀ ਰੀਸ ਕਰਦੇ। ਮੇਰੇ ਵੀਰੋ, ਪਿੰਡਾਂ 'ਚ ਅੱਜ ਹਾਲਾਤ ਵੇਖੋ ਕੀ ਬਣਾਤੇ ਤੁਸੀਂ ਕਲਾਕਾਰੋ। ਕੋਈ ਚੱਜ ਦਾ ਗਾਣਾ ਵੀ ਗਾ ਲਓ। ਜਿਹੜਾ ਬੰਦਾ ਰਫਲ, ਬੰਦੂਕ, ਗੰਡਾਸਿਆਂ ਤੋਂ ਇਲਾਵਾ ਕੋਈ ਗਾਣਾ ਨਹੀਂ ਕੱਢਦਾ, ਕੀ ਅੱਜ ਉਹ ਹਰਿਮੰਦਰ ਸਾਹਿਬ ਤੋਂ ਲੜਾਈ ਹੋਣ ਡਈ ਉਹਦਾ ਗਾਣਾ ਨਹੀਂ ਕੱਢ ਸਕਦਾ? ਜਿਹੜਾ ਲਿਖਾਰੀ ਲਿਖ ਲਿਖ ਕੇ ਗਾਣੇ ਦਿੰਦਾ, ਉਹ ਅੱਜ ਉਹਦੀ ਕਲਮ ਕਿੱਧਰ ਗਈ ਹੈ? ਜੇ ਉਹ ਲਿਖਾਰੀ ਆ, ਮੈਂ ਉਹਨੂੰ ਲਿਖਾਰੀ ਤਾਂ ਮੰਨਦਾ। ਅੱਜ ਜਿਹੜਾ ਦਰਬਾਰ ਸਾਹਿਬ ਹੋਣ ਡਈ ਇਹ ਚੀਜ਼, ਟਕਰਾਓ ਚੱਲਣ ਡਈ ਆ, ਲਿਖਾਰੀਓ ਉੱਤੇ ਗਾਣੇ ਲਿਖੋ ਤੇ ਉਹ ਗਾਣਾ ਛੱਡੋ ਰਾਤੋਂ ਰਾਤ। ਮੈਂ ਫਿਰ ਮੰਨੂਗਾ ਵੀ ਕਿਹੜਾ ਬੰਦਾ ਕਲਾਕਾਰ ਆ, ਉਹ ਕਿਹੜਾ ਲਿਖਾਰੀ ਆ। ਕੱਲ ਗੱਲ ਹੋਈ ਆ, ਅੱਜ ਸ਼ਾਮਾਂ ਤੱਕ ਗਾਣਾ ਭੇਜੋ, ਉਹਨੂੰ ਮੈਂ ਮੰਨੂਗਾ ਵੀ ਹਾਂ ਉਹ ਕਲਾਕਾਰ ਆ, ਉਹ ਲਿਖਾਰੀ ਆ। ਫੁਕਰੀਆਂ ਰੇੜਦੀਆਂ, ਪੈਸੇ ਕਮਾਉਣੇ ਤੇ ਲੋਕਾਂ ਦਾ ਬੇੜਾ ਗਰਕ ਨਾ ਕਰੋ ਭਰਾਓ, ਨਾ ਕਰੋ। ਮੇਰਿਓ ਵੀਰੋ, ਵੇਖ ਲਓ ਕੀ ਹੋਣ ਡਿਆ। ਮੈਂ ਵੀ ਕਲਾਕਾਰ, ਮੈਨੂੰ ਦੁੱਖ ਲੱਗਦਾ ਜਦੋਂ ਆਂਦੇ ਕਲਾਕਾਰਾਂ ਨੇ ਗੰਦ ਪਾਤਾ। ਕੋਈ ਚੱਜ ਦਾ ਕੰਮ ਫੜੋ ਵੀਰੋ, ਭਰਾਓ। ਜੇ ਤੁਹਾਡੇ 'ਚ ਇੰਨੀ ਬਦਮਾਸ਼ੀ ਆ, ਇੰਨੇ ਬਦਮਾਸ਼ੀ ਦੀਆਂ ਤੁਸੀਂ ਫਿਲਮਾਂ ਕੱਢਦੇ ਜੇ, ਇੰਨੀ ਬਦਮਾਸ਼ੀ ਦੇ ਗਾਣੇ ਕੱਢਦੇ ਜੇ, ਤੇ ਅੱਜ ਜੋ ਹੋ ਰਿਹਾ ਕੀ ਤੁਹਾਨੂੰ ਇਹਦੇ ਬਾਰੇ ਕੋਈ ਗਾਣਾ ਨਹੀਂ ਲੱਭਦਾ? ਤੁਹਾਡੇ ਲਿਖਾਰੀ ਕਿੱਥੇ ਗਏ ਆ? ਮੈਂ ਉਸ ਬੰਦੇ ਨੂੰ ਕਲਾਕਾਰ ਮੰਨੂਗਾ ਜਿਹੜਾ ਅੱਜ ਕੱਲ ਸ਼ਾਮ ਦਾ ਟਕਰਾਅ ਹੋਇਆ ਹੈ ਤੇ ਅੱਜ ਸ਼ਾਮ ਤੱਕ ਗਾਣਾ ਕੱਢ ਕੇ ਤੇ ਸਾਰੀ ਕੌਮ ਨੂੰ ਸੁਣਾਵੇ। ਮੈਂ ਉਹਨੂੰ ਕਹਿੰਦਾ ਵੀ ਉਹ ਕਲਾਕਾਰ ਹੋਊਗਾ ਤੇ ਉਹ ਲਿਖਾਰੀ ਹੋਊਗਾ। ਬਾਕੀ ਫੁਕਰੀਆਂ ਰੇੜਨ ਵਾਲੇ ਕਲਾਕਾਰ ਤਾਂ ਮੈਂ ਰੋਜ਼ ਹੀ ਸੁਣਦਾ। ਤੇ ਹੁਣ ਇਹਦੋਂ ਬਾਅਦ ਜਿਹੜਾ ਮੇਰਾ ਗਾਣਾ ਮੈਂ ਲੱਗਾ ਕੱਢਣ, ਉਹ ਤੁਹਾਡੀਆਂ ਫੁਕਰੀਆਂ ਤੇ ਕਲਾਕਾਰਾਂ ਤੇ ਜਿਹੜੀ ਲੜਾਈ ਕਰਨ ਡੇ ਜੇ ਬੈਠੇ ਇੱਕ ਦੂਜੇ ਨੂੰ, ਉਹ ਉਹਨੂੰ ਗਾਲਾਂ ਕੱਢੀ ਜਾਂਦਾ, ਉਹਨੂੰ ਗਾਲਾਂ ਕੱਢੀ ਜਾਂਦਾ। ਵਿਹਲਿਆਂ ਨੂੰ ਤੁਹਾਨੂੰ ਕੰਮ ਤੇ ਕੋਈ ਹੈ ਨਹੀਂਗਾ, ਸਟੇਜਾਂ ਨੂੰ ਲੱਗਦਾ ਤੁਹਾਨੂੰ ਉਹ ਨਹੀਂ ਮਿਲਦੀਆਂ। ਕੋਈ ਕਿਸੇ ਨੂੰ ਗਾਲਾਂ ਕੱਢੀ ਜਾਂਦਾ, ਕੋਈ ਕਿਸੇ ਨੂੰ ਕੱਢੀ ਜਾਂਦਾ। ਕੋਈ ਕਹਿੰਦਾ ਮੇਰਾ ਗਾਣਾ ਚਰਾ ਲਿਆ, ਕੋਈ ਕਹਿੰਦਾ ਮੇਰੀ ਉਹ ਕੰਪੋਜ਼ ਚਰਾ ਲਈ, ਕੋਈ ਕਹਿੰਦਾ ਮੇਰੀ ਢੋਲਕੀ ਚਰਾ ਲਈ, ਕੋਈ ਕਹਿੰਦਾ ਮੇਰੀ ਤੂੰਬੀ ਲਗਾ ਲਈ। ਹੁਣ ਅਗਲਾ ਗਾਣਾ ਜਿਹੜਾ ਮੈਂ ਕੱਢੂੰਗਾ ਤੁਹਾਡੇ ਕਲਾਕਾਰਾਂ ਤੇ ਹੀ ਕੱਢੂੰਗਾ ਮੈਂ। ਤੇ ਆਹ ਇੱਕ ਗਾਣਾ ਮੈਂ ਫੇਸਬੁੱਕ ਤੇ ਪਾਇਆ ਜੇ, ਸੁਣ ਲਓ ਕੀ ਹੈ। ਕੌਮ ਬਾਰੇ ਪਾਇਆ ਹੈ। ਤੇ ਜਿੰਨੇ ਮੇਰੇ ਨਾਲ ਗੱਲ ਕਰਨੀ ਹੋਵੇ, ਮੇਰਾ ਨੰਬਰ 9596 87371, 9596 87371, 9596 87371। 24 ਘੰਟੇ ਮੇਰਾ ਸੈੱਟ ਆਨ, ਓਪਨ ਚੈਲੰਜ। ਜਿੰਨੇ ਮੇਰੇ ਨਾਲ ਗੱਲਬਾਤ ਕਰਨੀ ਹੋਵੇ, ਮੈਂ ਉਸ ਬੰਦੇ ਨੂੰ ਕਲਾਕਾਰ ਮੰਨੂਗਾ ਜਿਹੜਾ ਬੰਦਾ ਕੱਲ ਸ਼ਾਮ ਦੀ ਗੱਲ ਹੋਈ ਤੇ ਅੱਜ ਸ਼ਾਮ ਤੱਕ ਗਾਣਾ ਭੇਜ ਕੇ ਤੇ ਕੌਮ ਦੇ ਕੋਈ ਗੱਲ ਬਿਠਾਵੇ ਦਿਮਾਗ 'ਚ। ਉਹਨੂੰ ਮੈਂ ਪ੍ਰਚਾਰਕ ਮੰਨੂਗਾ, ਉਹਨੂੰ ਮੈਂ ਕਵੀਸ਼ਰ ਮੰਨੂਗਾ, ਉਹਨੂੰ ਹੀ ਮੈਂ ਢਾਡੀ ਮੰਨੂਗਾ ਜਿਹੜਾ ਬੰਦਾ ਇਹ ਕੰਮ ਕਰਕੇ ਵਿਖਾਵੇ ਮੈਨੂੰ। ਕੱਲ ਸ਼ਾਮਾਂ ਦੀ ਜਿਹੜੀ ਹੋਈ ਆ ਗੱਲਬਾਤ, ਅੱਜ ਸ਼ਾਮਾਂ ਤੱਕ ਉਹਨਾਂ ਤੱਕ ਪੁੱਜਦੀ ਕਰੇ। ਉਸ ਬੰਦੇ ਨੂੰ ਮੈਂ ਉਹਦੇ ਸਾਰੀ ਉਮਰ ਮੈਂ ਉਹਦੇ ਪੈਰ ਧੋ ਧੋ ਕੇ ਪੀਊਂਗਾ, ਉਹਨੂੰ ਆਪਣਾ ਗੁਰੂ ਉਸਤਾਦ ਮੰਨੂਗਾ, ਚਰਨ ਧੋਊਂਗਾ ਉਸ ਬੰਦੇ ਦੇ ਜਿਹੜਾ ਬੰਦਾ ਇਹ ਕੰਮ ਕਰੂਗਾ। ਮੇਰਾ ਨੰਬਰ ਫੇਰ ਲੈ ਲਓ, 9596 87371, 9596 87371। ਪੰਜਾਬੀ ਲੋਕ ਗਾਇਕ ਪ੍ਰਗਟ ਸ਼ੇਖਾਂ ਵਾਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।